श्री गुरु गोबिंद सिंह जी ਦਾ ਬਚਪਨ। ਸਾਖੀ ਕੜੇ ਤੋੜਨੇ ਤੇ ਖੂਹ ਨੂੰ ਸ਼ਰਾਬ। ਬਾਲਾ ਪ੍ਰੀਤਮ ਦੀਆਂ ਬਚਪਨ ਦੀਆਂ ਖੇਡਾਂ ਵੀ ਵਚਿੱਤਰ ਸਨ। ਉਹ ਖਿਡੌਣਿਆਂ ਨਾਲ ਖੇਲਣ ਦੀ ਬਜਾਏ ਤੀਰ ਕਮਾਨ ਅਤੇ ਗੁਲੇਲ ਚਲਾਉਣ ਦਾ ਅਭਿਆਸ ਕਰਦੇ। ਗੁਰੂ ਜੀ ਜਿਸ ਹਵੇਲੀ ਵਿੱਚ ਰਹਿੰਦੇ ਸਨ, ਉਸ ਹਵੇਲੀ ਵਿੱਚ ਇੱਕ ਬੜਾ ਵੱਡਾ ਖੂਹ ਸੀ, ਜਿਸ ਦਾ ਪਾਣੀ ਬੜਾ ਸਾਫ਼ ਅਤੇ ਮਿੱਠਾ ਸੀ। ਕੁਝ ਗੁਆਂਢੀ ਸੁਆਣੀਆਂ ਉੱਥੇ ਪਾਣੀ ਭਰ ਰਹੀਆਂ ਸਨ। ਬਾਲ ਗੋਬਿੰਦ ਜੀ ਦੀਆਂ ਅੱਖਾਂ ਵਿੱਚ ਅਨੋਖੀ ਜਿਹੀ ਚਮਕ ਪੈਦਾ ਹੋ ਗਈ, ਜਿਵੇਂ ਕੋਈ ਨਵਾਂ ਖਿਆਲ, ਨਵੀਂ ਸ਼ਰਾਰਤ ਸੁੱਝੀ ਹੋਵੇ। ਕੋਲ ਹੀ ਇੱਕ ਤਾਕ ਤੇ ਉਹਨਾਂ ਦੀ ਗੁਲੇਲ ਤੇ ਮਿੱਟੀ ਦੀਆਂ ਗੋਲੀਆਂ ਰੱਖੀਆਂ ਸਨ। ਉਹਨਾਂ ਨੇ ਗੁਲੇਲ ਚੁੱਕ ਲਈ ਤੇ ਉਸ ਵਿੱਚ ਗੋਲੀ ਅਟਕਾ ਕੇ ਖੂਹ ਤੇ ਖੜੀਆਂ ਸੁਆਣੀਆਂ ਵੱਲ ਨਿਸ਼ਾਨਾ ਬੰਨ੍ਹਿਆ। ਠਾਹ ਦੀ ਆਵਾਜ਼ ਆਈ ਤੇ ਗੋਲੀ ਇੱਕ ਜ਼ਨਾਨੀ ਦੇ ਸਿਰ ਤੇ ਰੱਖੇ ਕੜੇ ਵਿੱਚ ਵੱਡਾ ਸਾਰਾ ਮੋਗਰਾ ਬਣਾਉਣ ਦੀ ਪਾਰ ਹੋ ਗਈ। ਬਾਲ ਗੋਬਿੰਦ ਜੀ ਮੁਸਕਰਾ ਕੇ ਮਾਤਾ ਜੀ ਵੱਲ ਵੇਖਦੇ ਕਹਿਣ ਲੱਗੇ, ਅਸੀਂ ਪਾਪ ਦੇ ਕੜੇ ਨੂੰ ਇਵੇਂ ਹੀ ਤੋੜ ਕੱਟਣਾ ਏ। ਮਾਤਾ ਜੀ ਹੈਰਾਨੀ ਵਿੱਚ ਭਰੇ ਪੁੱਤਰ ਦੇ ਮੂੰਹ ਵੱਲ ਵੇਖੀ ਜਾਣ। ਵਿਸਮਾਦ, ਪ੍ਰਸ਼ੰਸਾ, ਗਰਵ, ਤੌਖਲਾ, ਭੈ ਤੇ ਖਬਰੇ ਹੋਰ ਕਿਹੜੇ ਭਾਵ ਉਹਨਾਂ ਦੇ ਮਨ ਵਿੱਚ ਇੱਕੋ ਸਮੇਂ ਉੱਠਣ ਲੱਗੇ। ਇਹ ਲੀਨਤਾ ਉਸ ਸਮੇਂ ਟੁੱਟੀ ਜਦੋਂ ਉਹ ਸੁਆਣੀ, ਜਿਸ ਦਾ ਕੜਾ ਟੁੱਟਾ ਸੀ, ਉਹਨਾਂ ਦੇ ਕੋਲ ਆ ਕੇ ਉਲਾਂਭਾ ਦੇਣ ਲੱਗੀ, ਵੇਖੋ ਨਾ, ਮਾਤਾ ਜੀ। ਤੇ ਮਾਤਾ ਜੀ ਨੇ ਉਸ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਅੰਦਰੋਂ ਨਵਾਂ ਕੜਾ ਲਿਆ ਕੇ ਉਸ ਦੇ ਅੱਗੇ ਰੱਖ ਦਿੱਤਾ ਤੇ ਪੁੱਤਰ ਨੂੰ ਡਾਂਟਣ ਲਈ ਉਹਦੇ ਵੱਲ ਪਰਤੇ। ਪਰ ਬਾਲ ਗੋਬਿੰਦ ਰਾਏ ਉਸ ਵੇਲੇ ਤੱਕ ਛੱਤ ਤੇ ਪਹੁੰਚ ਚੁੱਕੇ ਸਨ। ਉਹਨਾਂ ਨੂੰ ਇਸ ਸ਼ਰਾਰਤ ਵਿੱਚ ਬੜਾ ਮਜ਼ਾ ਆਇਆ ਸੀ। ਉਹ ਬਨੇਰੇ ਦੇ ਓਹਲੇ ਖਲੋ ਗਏ ਤੇ ਲੱਗੇ ਗੁਲੇਲ ਦੇ ਨਿਸ਼ਾਨੇ ਬੰਨਣ। ਕੋਈ ਕੜਾ ਕਿਸੇ ਸੁਆਣੀ ਦੀ ਬਗਲ ਵਿੱਚ ਫੁੱਟਾ, ਕੋਈ ਮੋਢੇ ਤੇ, ਕੋਈ ਸਿਰ ਉੱਪਰ। ਪਾਣੀ ਨਾਲ ਕਿਸੇ ਮੁਟਿਆਰ ਦੇ ਵਾਲ ਗੜੂੰਦੇ ਗਏ, ਕਿਸੇ ਦੀ ਚੋਲੀ ਸਾੜੀ ਤੇ ਕਿਸੇ ਦਾ ਕੁਰਤਾ ਘੱਗਰਾ। ਸਭੇ ਭੜਕਣ, ਕਲਪਣ ਲੱਗੀਆਂ। ਮਾਤਾ ਜੀ ਨੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਸ਼ਾਂਤ ਕੀਤਾ ਤੇ ਕੜਿਆਂ ਦੇ ਪੈਸੇ ਦੇ ਕੇ ਤੋਰ ਦਿੱਤਾ। ਫਿਰ ਉਹਨਾਂ ਨੇ ਪੁੱਤਰ ਨੂੰ ਬੁਲਾ ਕੇ ਸਮਝਾਉਣ ਦਾ ਯਤਨ ਕੀਤਾ, ਪਰ ਪੁੱਤਰ ਜੀ ਉਹਨਾਂ ਦੀ ਗੱਲ ਕਦੋਂ ਸੁਣਦੇ ਪਏ ਸਨ। ਉਹ ਤਾਂ ਉਹਨਾਂ ਦੇ ਮੋਢੇ ਨਾਲ ਸਿਰ ਜੋੜ ਕੇ ਬਾਲ ਨੀਂਦਰ ਵਿੱਚ ਗੁਆਚ ਚੁੱਕੇ ਸਨ। ਤੇ ਅਗਲੇ ਦਿਨ ਫੇਰ ਉਹੀ ਖੇਡ, ਉਹੀ ਸ਼ਰਾਰਤ, ਤੇ ਉਸ ਤੋਂ ਅਗਲੇ ਦਿਨ ਵੀ। ਪਤਾ ਨਹੀਂ ਬਾਲ ਗੋਬਿੰਦ ਨੂੰ ਇਸ ਖੇਡ ਵਿੱਚ ਕੀ ਆਨੰਦ ਆਉਂਦਾ ਸੀ ਕਿ ਉਹ ਇਸ ਨੂੰ ਛੱਡਦੇ ਹੀ ਨਹੀਂ ਸਨ। ਤਦ ਮਾਤਾ ਜੀ ਦੇ ਕਹਿਣ ਤੇ ਸੁਆਣੀਆਂ ਮੁਟਿਆਰਾਂ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗਾਗਰਾਂ ਲੈ ਕੇ ਆਉਣ ਲੱਗੀਆਂ। ਹੁਣ ਵੇਖਾਂਗੀਆਂ, ਤੂੰ ਕਿਵੇਂ ਤੋੜਨਾ ਏ ਪਿੱਤਲ ਦੀਆਂ ਗਾਗਰਾਂ ਨੂੰ। ਇੱਕ ਚੰਚਲ ਮੁਟਿਆਰ ਨੇ ਗੋਬਿੰਦ ਜੀ ਨੂੰ ਵੰਗਾਰ ਦਿੱਤੀ, ਵੱਡਾ ਆਇਆ ਸੀ ਨਿਸ਼ਾਨੇਬਾਜ਼। ਬਾਲ ਗੋਬਿੰਦ ਰਾਏ ਦਾ ਚਿਹਰਾ ਲਾਲ ਹੋ ਗਿਆ, ਜੋਸ਼ ਨਾਲ। ਉਹ ਚੁੱਪਚਾਪ ਪਿਛਾਂ ਨੂੰ ਪਰਤੇ। ਅਗਲੇ ਪਲ ਉਹ ਤੀਰ ਕਮਾਨ ਸਜਾਈ ਛੱਤ ਦੇ ਬਨੇਰੇ ਤੇ ਖੜੇ ਸਨ। ਐਨ ਉਸ ਵੇਲੇ ਜਦੋਂ ਉਹ ਮੁਟਿਆਰ ਪਾਣੀ ਦੀ ਗਾਗਰ ਸਿਰ ਤੇ ਰੱਖੀ ਖੂਹ ਤੋਂ ਹੇਠਾਂ ਉਤਰ ਰਹੀ ਸੀ, ਇੱਕ ਤੀਰ ਸੂੰ ਕਰਦਾ ਉਸ ਦੀ ਗਾਗਰ ਦੇ ਵਿੱਚ ਆ ਕੇ ਖੁੱਭਾ। ਮੁਟਿਆਰ ਚੀਕ ਮਾਰ ਕੇ ਉੱਥੇ ਹੀ ਬੈਠ ਗਈ। ਪਾਣੀ ਫਰਨ ਉਸ ਦੇ ਮੋਢਿਆਂ ਉੱਤੋਂ ਦੀ ਵਗ ਤੁਰਿਆ। ਉਸ ਦਿਨ ਕੋਈ ਵੀ ਗਾਗਰ ਸਾਬਤ ਨਾ ਬਚ ਸਕੀ। ਹੁਣ ਤਾਂ ਇਹ ਮਾਤਾ ਜੀ ਲਈ ਅਸਹਿ ਹੋ ਉੱਠਾ। ਉਹ ਗੁੱਸੇ ਵਿੱਚ ਭਰੇ ਛੱਤ ਤੇ ਗਏ ਤਾਂ ਜੋ ਪੁੱਤਰ ਨੂੰ ਫੜ ਕੇ ਚੰਗੀ ਤਰ੍ਹਾਂ ਡਾਂਟਣ। ਪਰ ਬਾਲ ਗੋਬਿੰਦ ਜੀ ਉੱਥੇ ਕਿੱਥੇ ਸਨ। ਉਹ ਤਾਂ ਨਾਲ ਦੇ ਘਰਾਂ ਦੀਆਂ ਛੱਤਾਂ ਟੱਪਦੇ ਬਾਹਰ ਦੌੜ ਗਏ ਸਨ। ਮਾਤਾ ਜੀ ਭਰੇ ਪੀਤੇ ਹੇਠਾਂ ਉਤਰ ਆਏ। ਉਹਨਾਂ ਨੇ ਗੁਆਂਢਣਾਂ ਨੂੰ ਤਾਂ ਪੈਸੇ ਦੇ ਕੇ ਉਹਨਾਂ ਦਾ ਘਰ ਪੂਰ ਦਿੱਤਾ, ਪਰ ਦਿਲ ਵਿੱਚ ਛਿੱਥੇ ਪੈ ਕੇ ਕਹਿਣ ਲੱਗੇ, ਵਾਹਿਗੁਰੂ ਕਰੇ, ਇਸ ਖੂਹ ਦਾ ਪਾਣੀ ਹੀ ਖਾਰਾ ਹੋ ਜਾਏ, ਤਾਂ ਕਿ ਨਾ ਕੋਈ ਇੱਥੇ ਪਾਣੀ ਭਰਨ ਆਵੇ ਤੇ ਨਾ ਸਾਨੂੰ ਨਿਤ ਉਲਾਂਭੇ ਮਿਲਣ। ਤੇ ਪਤਾ ਨਹੀਂ, ਇਹ ਵਾਹਿਗੁਰੂ ਵੱਲੋਂ ਕੋਈ ਪਾਣਾ ਵਰਤ ਗਿਆ, ਜਾਂ ਮਾਤਾ ਜੀ ਨੇ ਆਪ ਕੋਈ ਰਸਾਇਣਕ ਪਦਾਰਥ ਖੂਹ ਵਿੱਚ ਸੁਟਵਾ ਦਿੱਤੇ ਕਿ ਖੂਹ ਦਾ ਜਲ ਸੱਚਮੁੱਚ ਕੁਝ ਦਿਨਾਂ ਵਿੱਚ ਖਾਰਾ ਹੋ ਗਿਆ। ਸਾਖੀ ਅੱਖਾਂ ਦੀ ਜੋਤ ਬਖਸ਼ਨੀ। ਬਾਲ ਗੋਬਿੰਦ ਬੜੇ ਮਿੱਠੇ ਤੇ ਹਸੰਦਰੇ ਸੁਭਾਅ ਦੇ ਸਨ। ਉਹ ਖੇਡਾਂ ਵਿੱਚ ਨਿੱਕੀਆਂ ਅਨੋਖੀਆਂ ਖੇਡਾਂ ਕਰ ਜਾਂਦੇ। ਉਹਨਾਂ ਦੇ ਗੁਆਂਢ ਵਿੱਚ ਇੱਕ ਬੁੱਢੀ ਮਾਈ ਰਹਿੰਦੀ ਸੀ। ਵਿਚਾਰੀ ਕੱਲੀ ਕਾਰੀ ਬੈਠੀ ਚਰਖਾ ਕੱਤਦੀ ਰਹਿੰਦੀ ਜਾਂ ਸੂਤਰ ਦੇ ਮੁੱਢੇ ਬਣਾਉਂਦੀ ਰਹਿੰਦੀ। ਇੱਕ ਦਿਨ ਆਪ ਖੇਡਦੇ ਉਸ ਦੇ ਵਿਹੜੇ ਵਿੱਚ ਜਾ ਵੜੇ ਤੇ ਬੁੱਢੀ ਮਾਈ ਦੇ ਮੁੱਢੇ ਤੇ ਪੂਣੀਆਂ ਖਿਲਾਰ ਦਿੱਤੀਆਂ। ਮਾਈ ਬੜੀ ਖਿਝੀ ਤੇ ਬੁੜ ਕਰਨ ਲੱਗੀ। ਆਪ ਨੂੰ ਉਸ ਦੀ ਖਿਝ ਅਤੇ ਬੁੜ ਤੋਂ ਅਨੋਖਾ ਜਿਹਾ ਰਸ ਆਇਆ ਤੇ ਰੋਜ਼ ਇਹੀ ਕੌਤਕ ਕਰਨ ਲੱਗੇ। ਇੱਕ ਦਿਨ ਮਾਈ ਨੇ ਉਹਨਾਂ ਨੂੰ ਡਰਾਉਣ ਲਈ ਇੱਕ ਸੋਟੀ ਕੋਲ ਰੱਖ ਲਈ। ਪਰ ਆਪ ਕਿਹੜੇ ਘੱਟ ਸਨ। ਛੋਪਲੇ ਜਿਹੇ ਮਾਈ ਦੇ ਪਿੱਛੇ ਜਾ ਕੇ ਸੋਟੀ ਖਿਸਕਾ ਲਈ ਤੇ ਸੋਟੀ ਨਾਲ ਪੂਣੀਆਂ ਦੀ ਪੱਛੀ ਹਵਾ ਵਿੱਚ ਉਛਾਲ ਦਿੱਤੀ ਤੇ ਸੂਤਰ ਦੇ ਗੋਲੇ ਖਿੱਦੂ ਵਾਂਗ ਠਕੋਰਦਿਆਂ ਵਿਹੜੇ ਵਿੱਚ ਖਿਲਾਰ ਦਿੱਤੇ ਤੇ ਆਪ ਇਹ ਜਾ ਉੱਥੋਂ ਹਨ ਹੋ ਗਏ। ਮਾਈ ਬੜੀ ਛੇਤੀ ਪਾਈ ਤੇ ਮਾਤਾ ਜੀ ਕੋਲ ਜਾ ਕੇ ਸ਼ਿਕਾਇਤ ਕਰਨ ਲੱਗੀ।
ਆਪ ਮਾਤਾ ਜੀ ਦੀ ਪਿੱਠ ਲੁਕ ਗਏ ਤੇ ਉਹਨਾਂ ਦੇ ਮੋਢਿਆਂ ਤੋਂ ਚਾਕ ਕੇ ਮਾਈ ਨੂੰ ਦਿਵਦ੍ਰਿਸ਼ਟੀ ਨਾਲ ਨਿਹਾਲ ਕਰ ਦਿੱਤਾ ਤੇ ਅੱਖਾਂ ਦੀ ਜੋਤ ਬਖਸ਼ ਦਿੱਤੀ। ਮਾਈ ਨੂੰ ਜਦ ਅੱਖਾਂ ਦੀ ਜੋਤ ਮਿਲੀ ਤੇ ਉਹ ਬਾਲ ਗੋਬਿੰਦ ਜੀ ਦੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਈ ਅਤੇ ਅਸੀਸਾਂ ਦਿੰਦੀ ਹੋਈ ਵਾਰਨੇ ਤੇ ਕੁਰਬਾਨ ਜਾਣ ਲੱਗੀ। ਮਾਤਾ ਜੀ ਇਹ ਮਾਸੂਮ ਕੌਤਕ ਵੇਖ ਹੈਰਾਨ ਹੋਏ। ਸਾਖੀ ਕੋੜੀ ਦਾ ਕੋੜ ਦੂਰ ਕਰਨਾ। ਬਾਲਾ ਪ੍ਰੀਤਮ ਦੀਆਂ ਖੇਡਾਂ ਵੀ ਬੜੀਆਂ ਅਨੋਖੀਆਂ ਅਤੇ ਵਚਿੱਤਰ ਹੁੰਦੀਆਂ ਸਨ। ਉਹ ਜੇ ਕਿਸੇ ਵਿਅਕਤੀ ਨੂੰ ਤੰਗ ਕਰਦੇ ਤਾਂ ਉਸ ਵਿੱਚ ਵੀ ਕੋਈ ਭੇਦ ਹੀ ਹੁੰਦਾ। ਗੰਗਾ ਦਰਿਆ ਦੇ ਕੰਢੇ ਇੱਕ ਕੋੜੀ ਰਹਿੰਦਾ ਸੀ, ਜਿਹੜਾ ਕਿ ਦਰਿਆ ਵਿੱਚ ਕਦੇ ਇਸ਼ਨਾਨ ਨਹੀਂ ਸੀ ਕਰਦਾ। ਇੱਕ ਵਾਰ ਬਾਲਾ ਪ੍ਰੀਤਮ ਨੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਜਦ ਉਹ ਦਰਿਆ ਦੇ ਕੰਢੇ ਬੈਠਾ ਸੀ, ਧੱਕਾ ਦੇ ਕੇ ਪਾਣੀ ਵਿੱਚ ਸੁੱਟ ਦਿੱਤਾ। ਉਹ ਰੋਇਆ, ਕੁਰਲਾਇਆ ਅਤੇ ਬੱਚਿਆਂ ਨੂੰ ਕੋਸਣ ਲੱਗਾ। ਬਾਲਾ ਪ੍ਰੀਤਮ ਅਤੇ ਹੋਰ ਬੱਚੇ ਬਾਹਰ ਖੜੇ ਤਾੜੀਆਂ ਮਾਰ ਹੱਸਦੇ ਰਹੇ, ਪਰ ਜਦ ਉਹ ਕੋੜੀ ਜ਼ੋਰ ਲਾ ਕੇ ਦਰਿਆ ਵਿੱਚੋਂ ਬਾਹਰ ਨਿਕਲਿਆ ਤਾਂ ਆਪਣੇ ਸਰੀਰ ਨੂੰ ਨਵਾਂ ਨਰੋਆ ਵੇਖ ਕੇ ਬਹੁਤ ਹੈਰਾਨ ਹੋਇਆ। ਉਸ ਦਾ ਕੋੜ ਹਟ ਗਿਆ ਸੀ। ਉਹ ਬਾਲਾ ਪ੍ਰੀਤਮ ਦੇ ਪੈਰੀ ਆ ਪਿਆ। ਸਾਖੀ ਪੁੱਤਰਾਂ ਦਾ ਵਰ। ਪਟਨਾ ਨਗਰ ਵਿੱਚ ਧਨੀ ਵਪਾਰੀ ਰਹਿੰਦਾ ਸੀ। ਉਹਨਾਂ ਦੇ ਪਿਤਾ ਨੇ ਇੱਕ ਬੇੜੀ ਤਿਆਰ ਕਰਵਾਈ ਜੋ ਅਤਿ ਸੁੰਦਰ ਸੀ। ਉਸਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਰਲ ਕੇ ਸੈਰ ਕਰੀਏ। ਇਸ ਤੇ ਸਾਰੇ ਸੈਰ ਕਰਨ ਲਈ ਗੰਗਾ ਦੇ ਕਿਨਾਰੇ ਪਹੁੰਚ ਗਏ। ਬੇੜੀ ਵਿੱਚ ਬੈਠ ਗਏ। ਬੇੜੀ ਆਸਤਾ ਚੱਲ ਪਈ, ਪਰੰਤੂ ਅਜੇ ਥੋੜੀ ਦੂਰ ਹੀ ਗਈ ਸੀ ਕਿ ਗੰਗਾ ਦੀਆਂ ਛੱਲਾਂ ਨੇ ਘੇਰ ਲਿਆ। ਮਲਾਹ ਨੇ ਬੜਾ ਯਤਨ ਕੀਤਾ ਪਰ ਨਿਸਫਲ। ਅਖੀਰ ਜਦੋਂ ਕੋਈ ਰਾਹ ਨਾ ਦਿਸਿਆ ਤਾਂ ਉਸ ਦੀਆਂ ਚੀਕਾਂ ਨਿਕਲ ਗਈਆਂ। ਮਾਮਾ ਕਿਰਪਾਲ ਦਾਸ ਨੇ ਸਤਿਗੁਰਾਂ ਅੱਗੇ ਅਰਦਾਸ ਕੀਤੀ। ਇਸ ਤੇ ਸ਼ਹਿਜ਼ਾਦਾ ਗੋਬਿੰਦ ਰਾਏ ਜੀ ਨੇ ਆਪਣੇ ਚਰਨਾਂ ਦੀ ਛੋਹ ਨਾਲ ਗੰਗਾ ਨੂੰ ਰੋਕ ਦਿੱਤਾ। ਇਹ ਕੌਤਕ ਦੇਖ ਕੇ ਸਾਹੂਕਾਰ ਦਾ ਪੁੱਤਰ ਬੜਾ ਸ਼ਰਧਾਵਾਨ ਹੋ ਗਿਆ ਅਤੇ ਉਹਨਾਂ ਦਾ ਸੇਵਕ ਬਣ ਗਿਆ। ਸੇਠ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਉਸ ਦੀ ਨੂੰਹ ਦੇ ਘਰ ਕੋਈ ਬਾਲ ਨਹੀਂ ਸੀ ਹੁੰਦਾ। ਉਸਨੇ ਆਪਣੀ ਪਤਨੀ ਨੂੰ ਗੁਰੂ ਘਰ ਦੀ ਸ਼ਰਨ ਲੈਣ ਦੀ ਸਲਾਹ ਦਿੱਤੀ। ਸੇਠਾਣੀ ਆਪਣੀ ਨੂੰਹ ਨੂੰ ਲੈ ਕੇ ਮਾਤਾ ਜੀ ਕੋਲ ਆਈ। ਬਾਲ ਗੋਬਿੰਦ ਮਾਤਾ ਜੀ ਦੀ ਗੋਦ ਵਿੱਚ ਬੈਠੇ ਸਨ। ਸੇਠਾਣੀ ਨੇ ਮਾਤਾ ਜੀ ਅੱਗੇ ਬੇਨਤੀ ਕੀਤੀ ਕਿ ਉਹ ਗੁਰੂ ਜੀ ਨੂੰ ਸਿਫਾਰਸ਼ ਕਰਨ ਕਿ ਮੇਰੀ ਨੂੰਹ ਨੂੰ ਪੁੱਤਰ ਦਾ ਵਰ ਦੇਣ। ਸੇਠਾਣੀ ਦੇ ਨਾਲ ਉਸ ਦੀਆਂ ਦਰਾਣੀਆਂ ਜਠਾਣੀਆਂ ਵੀ ਆਈਆਂ ਸਨ। ਉਹਨਾਂ ਨੇ ਵੀ ਬਾਲ ਗੁਰੂ ਅੱਗੇ ਬੇਨਤੀ ਕੀਤੀ ਕਿ ਅਸੀਂ ਤੁਹਾਡੀ ਸ਼ਰਨ ਆਈਆਂ ਹਾਂ, ਸਾਡੀ ਨੂੰਹ ਨੂੰ ਪੁੱਤਰ ਦਾ ਵਰ ਬਖਸ਼ੋ। ਬਾਲ ਗੁਰੂ ਕੁਝ ਪਲ ਚੁੱਪਚਾਪ ਉਹਨਾਂ ਵੱਲ ਵੇਖਦੇ ਰਹੇ, ਫਿਰ ਕਹਿਣ ਲੱਗੇ ਕਿ ਜੇ ਇਹ ਪੁੱਤਰ ਦੀ ਦਾਤ ਲੈਣਾ ਚਾਹੁੰਦੇ ਹਨ ਤਾਂ ਇਹਨਾਂ ਨੇ ਜਿਹੜਾ ਸੁੰਦਰ ਬਜਰਾ ਨਵਾਂ ਬਣਾਇਆ ਹੈ ਉਹ ਗੁਰੂ ਘਰ ਨੂੰ ਭੇਟਾ ਦੇ ਦੇਣ, ਫਿਰ ਅਸੀਂ ਪੁੱਤਰ ਦਾ ਵਰ ਦਿਆਂਗੇ। ਇਸਤਰੀਆਂ ਖੁਸ਼ ਹੋ ਗਈਆਂ ਤੇ ਉਹਨਾਂ ਨੇ ਬਜਰਾ ਦੇਣਾ ਪ੍ਰਵਾਨ ਕਰ ਲਿਆ। ਤਦ ਆਪ ਮਾਤਾ ਜੀ ਦੀ ਝੋਲੀ ਵਿੱਚੋਂ ਉੱਠ ਕੇ ਸੇਠਾਣੀ ਦੀ ਨੂੰਹ ਕੋਲ ਗਏ ਤੇ ਹੱਥ ਦੀ ਖੁੰਡੀ ਨਾਲ ਉਸ ਦੇ ਸਿਰ ਨੂੰ 5 ਵਾਰ ਪੋਲੇ ਜਿਹੇ ਠਕੋਰਿਆ ਤੇ ਫੁਰਮਾਇਆ, ਇਸ ਦੇ ਘਰ 5 ਪੁੱਤਰ ਹੋਣਗੇ। ਇਸਤਰੀਆਂ ਨਿਹਾਲ ਹੋ ਗਈਆਂ ਤੇ ਕਈ ਤਰ੍ਹਾਂ ਦੀਆਂ ਸੁਗਾਤਾਂ ਜੋ ਨਾਲ ਲਿਆਈਆਂ ਸਨ ਬਾਲਾ ਜੀ ਨੂੰ ਭੇਟ ਕਰਕੇ ਖੁਸ਼ੀ-ਖੁਸ਼ੀ ਵਾਪਸ ਪਰਤੀਆਂ। ਇਸੇ ਤਰ੍ਹਾਂ ਜੋ ਵੀ ਸ਼ਰਧਾਵਾਨ ਨਰ ਨਾਰੀ ਸ਼ਰਧਾ ਧਾਰ ਕੇ ਬਾਲ ਗੁਰੂ ਪਾਸ ਆਉਂਦਾ, ਆਪ ਉਸ ਦੀ ਮਨੋਕਾਮਨਾ ਪੂਰੀ ਕਰ ਦਿੰਦੇ। ਸਾਖੀ ਭੇਖੀ ਸਾਧੂਆਂ ਦੀ ਪਰੀਖਿਆ। ਖੂਹ ਦਾ ਜਲ ਖਾਰਾ ਹੋ ਗਿਆ। ਵਿਹੜੇ ਦੀ ਚਹਿਲ ਪਹਿਲ ਖਤਮ ਹੋ ਗਈ। ਬਾਲ ਗੋਬਿੰਦ ਜੀ ਦੀਆਂ ਸ਼ਰਾਰਤਾਂ ਬੰਦ ਹੋ ਗਈਆਂ। ਮਾਤਾ ਜੀ ਨੇ ਸੁੱਖ ਦਾ ਸਾਹ ਲਿਆ, ਪਰ ਬਾਲ ਮਨ ਦੀ ਚੰਚਲਤਾ ਕਿਸੇ ਰੋਕ ਨਾਲ ਨਹੀਂ ਰੁਕਦੀ। ਉਹ ਆਪਣੀਆਂ ਖੇਡਾਂ ਲਈ ਨਵੇਂ ਪਿੜ ਲੱਭ ਲੈਂਦੀ ਹੈ। ਬਾਲ ਗੋਬਿੰਦ ਜੀ ਨੇ ਆਪਣੇ ਚੋ ਜਾਣ ਲਈ ਨਵਾਂ ਪਿੜ ਲੱਭ ਲਿਆ। ਬਾਲ ਗੋਬਿੰਦ ਜੀ ਗੰਗਾ ਦੇ ਕਿਨਾਰੇ ਸੈਰ ਕਰਦੇ ਦੂਰ ਇਕਾਂਤਾਂ ਵੱਲ ਨਿਕਲ ਜਾਂਦੇ। ਉੱਥੇ ਕਈ ਜੋਗੀ, ਸੰਤ, ਮਹਾਤਮਾ ਸਮਾਧੀਆਂ ਲਾਈ ਬੈਠੇ ਹੁੰਦੇ। ਉਹਨਾਂ ਦੇ ਕੋਲ ਕਾਸੇ, ਖੜਾਵਾਂ, ਕਰਮੰਡਲ ਆਦਿ ਪਏ ਹੁੰਦੇ। ਬਾਲ ਗੋਬਿੰਦ ਜੀ ਦੀ ਪਰਖ ਸ਼ਕਤੀ ਬੜੀ ਤੀਖਣ ਸੀ। ਜਿਸ ਸਾਧੂ ਜਾਂ ਜੋਗੀ ਦੀ ਭਗਤੀ ਲੀਨਤਾ ਕੇਵਲ ਦਿਖਾਵਾ ਹੁੰਦੀ, ਉਹ ਝੱਟ ਤਾੜ ਜਾਂਦੇ ਤੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੰਦੇ। ਕਦੀ ਕਿਸੇ ਦੀਆਂ ਖੜਾਵਾਂ ਲੁਕੋ ਦਿੰਦੇ, ਕਦੀ ਕਰਮੰਡਲ ਇੱਧਰ ਉੱਧਰ ਖਿਸਕਾ ਦਿੰਦੇ, ਤੇ ਜਦੋਂ ਉਹ ਭੇਖੀ ਸਾਧ ਆਪਣੀਆਂ ਵਸਤਾਂ ਗੁੰਮ ਹੋਈਆਂ ਵੇਖਦੇ ਤਾਂ ਭਗਤੀ ਸਿਮਰਨ ਭੁੱਲ ਜਾਂਦੇ ਤੇ ਵਿਆਕੁਲ ਹੋ ਕੇ ਉਹਨਾਂ ਨੂੰ ਲੱਭਦੇ ਫਿਰਦੇ। ਬਾਲ ਗੋਬਿੰਦ ਉਹਨਾਂ ਦੀ ਘਬਰਾਹਟ ਵੇਖ ਹੱਸਦੇ। ਸਾਖੀ ਨਵਾਬ ਭਰਾ ਰਹੀਮ ਬਖਸ਼ ਅਤੇ ਕਰੀਮ ਬਖਸ਼। ਪਟਨੇ ਵਿੱਚ 2 ਭਰਾ ਰਹੀਮ ਬਖਸ਼ ਅਤੇ ਕਰੀਮ ਬਖਸ਼ ਰਹਿੰਦੇ ਸਨ। ਇਹ ਵੱਡੇ ਜ਼ਿਮੀਂਦਾਰ ਸਨ ਅਤੇ ਕਈ ਪਿੰਡਾਂ ਦੇ ਮਾਲਕ ਸਨ। ਸਰਕਾਰ ਵੱਲੋਂ ਇਹਨਾਂ ਨੂੰ ਨਵਾਬੀ ਦਾ ਖਿਤਾਬ ਮਿਲਿਆ ਹੋਇਆ ਸੀ। ਇਹਨਾਂ ਦੀ ਜ਼ਮੀਨ ਵਿੱਚ ਕਈ ਬਾਗ ਵੀ ਸਨ।
ਇੱਕ ਵਾਰ ਗੁਰੂ ਤੇਗ ਬਹਾਦਰ ਜੀ ਸਿੱਖੀ ਦਾ ਪ੍ਰਚਾਰ ਕਰਦੇ ਉਹਨਾਂ ਦੇ ਇੱਕ ਬਾਗ ਵਿੱਚ ਆ ਠਹਿਰੇ। ਬਾਗ ਅਸਲ ਵਿੱਚ ਸੁੱਕ ਗਿਆ ਸੀ। ਗੁਰੂ ਜੀ ਜਦ ਕੁਝ ਦਿਨ ਇਸ ਬਾਗ ਵਿੱਚ ਠਹਿਰੇ ਅਤੇ ਸਤ ਸੰਗਤ ਅਤੇ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ ਤਾਂ ਇਹ ਬਾਗ ਹਰਾ ਹੋ ਗਿਆ। ਦੋਵੇਂ ਭਰਾ ਗੁਰੂ ਜੀ ਦੀ ਸੰਗਤ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਗੁਰੂ ਜੀ ਦੇ ਸਿੱਖ ਬਣ ਗਏ। ਜਦ ਸ੍ਰੀ ਦਸਮੇਸ਼ ਜੀ ਨੇ ਅਵਤਾਰ ਧਾਰਿਆ ਤਾਂ ਇਹ ਦੋਵੇਂ ਭਰਾ ਬਹੁਤ ਸੁਗਾਤਾਂ ਲੈ ਕੇ ਆਏ। ਬਾਲਕ ਸਾਹਿਬਜ਼ਾਦੇ ਦੇ ਦਰਸ਼ਨ ਕਰਕੇ ਉਹ ਬਹੁਤ ਖੁਸ਼ ਹੁੰਦੇ ਸਨ ਅਤੇ ਹਰ ਰੋਜ਼ ਸਿਜਦਾ ਕਰਨ ਆਉਂਦੇ ਅਤੇ ਕੁਝ ਨਾ ਕੁਝ ਭੇਟਾ ਜ਼ਰੂਰ ਕਰਦੇ। ਬਾਲਾ ਪ੍ਰੀਤਮ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ। ਗੁਰੂ ਘਰ ਦੇ ਪਿਆਰ ਵਜੋਂ ਉਹਨਾਂ ਨੇ ਉਹ ਬਾਗ ਜਿਹੜਾ ਕਿ ਗੁਰੂ ਸਾਹਿਬ ਦੇ ਚਰਨ ਪੈਣ ਨਾਲ ਹਰਾ ਹੋ ਗਿਆ ਸੀ ਅਤੇ ਹੋਰ ਕਾਫੀ ਜ਼ਮੀਨ ਗੁਰੂ ਦੇ ਲੰਗਰ ਦੇ ਨਾਂ ਲਾ ਦਿੱਤੀ। ਇਹ ਬਾਗ ਤੇ ਜ਼ਮੀਨ ਹੁਣ ਤੱਕ ਗੁਰਦੁਆਰੇ ਦੇ ਨਾਂ ਚਲੀ ਆਉਂਦੀ ਹੈ। ਜਦ ਬਾਲਾ ਪ੍ਰੀਤਮ ਪੰਜਾਬ ਵੱਲ ਚੱਲ ਪਏ ਤਾਂ ਇਹ ਦੋਵੇਂ ਭਰਾ ਬਹੁਤ ਉਦਾਸ ਹੋ ਗਏ। ਉਹਨਾਂ ਬੇਨਤੀ ਕੀਤੀ, ਮਾਲਕ ਹੁਣ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨਗੇ? ਬਾਲਾ ਪ੍ਰੀਤਮ ਨੇ ਕਿਹਾ ਕਿ ਰੋਜ਼ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ। ਪਾਠ ਦਾ ਭੋਗ ਪੈਣ ਤੇ ਸਾਡੇ ਦਰਸ਼ਨ ਹੋਇਆ ਕਰਨਗੇ। ਸਾਖੀ ਪੰਡਿਤ ਸ਼ਿਵਚੰਦ। ਉਸ ਸਮੇਂ ਪਟਨੇ ਵਿੱਚ ਇੱਕ ਬੜੇ ਸਤਿਕਾਰਯੋਗ ਪੰਡਿਤ ਸ਼ਿਵਚੰਦ ਜੀ ਰਹਿੰਦੇ ਸਨ। ਉਹ ਬੜੇ ਸੱਚੇ ਸੁੱਚੇ ਬ੍ਰਾਹਮਣ ਸਨ, ਜਿਸ ਕਰਕੇ ਪਖੰਡੀ ਅਤੇ ਰਵਾਇਤੀ ਬ੍ਰਾਹਮਣ ਉਹਨਾਂ ਨੂੰ ਬੜੀ ਨਫ਼ਰਤ ਕਰਦੇ ਸਨ। ਪੰਡਿਤ ਸ਼ਿਵਚੰਦ ਰੋਜ਼ ਸਵੇਰੇ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਅਤੇ ਉੱਥੇ ਪਰੰਪਰਾਗਤ ਢੰਗ ਨਾਲ ਦੇਵਤਿਆਂ ਦੀ ਪੂਜਾ ਵਿੱਚ ਸੱਚੇ ਦਿਲੋਂ ਲੱਗੇ ਰਹਿੰਦੇ। ਉਹ ਆਪਣੇ ਮਨ ਵਿੱਚ ਇੱਕ ਸੰਪੂਰਨ ਪ੍ਰਣ ਲੈ ਕੇ ਬੈਠੇ ਸਨ ਕਿ ਉਹ ਪ੍ਰਭੂ ਦੇ ਦਰਸ਼ਨ ਕਰਨਗੇ। ਪਰ ਪੰਡਿਤ ਜੀ ਜਿੰਨੀ ਮਿਹਨਤ, ਤਪੱਸਿਆ ਅਤੇ ਹਿੰਮਤ ਨਾਲ ਠਾਕਰਾਂ ਦੀ ਪੂਜਾ ਕਰਦੇ, ਉਹਨਾਂ ਨੂੰ ਅਨੁਭਵ ਹੁੰਦਾ ਕਿ ਉਹ ਪ੍ਰਭੂ ਦੇ ਦਰਸ਼ਨਾਂ ਤੋਂ ਹੋਰ ਦੂਰ ਹੋ ਰਹੇ ਸਨ। ਪ੍ਰਭੂ ਨੂੰ ਪਾਉਣ ਦੀ ਜਿੰਨੀ ਬੇਬਲਤਾ ਵੱਧਦੀ ਸੀ, ਉਨਾ ਹੀ ਜ਼ਿਆਦਾ ਉਹ ਗੰਭੀਰ ਹੁੰਦੇ ਜਾ ਰਹੇ ਸਨ। ਇੱਕ ਦਿਨ ਪੰਡਿਤ ਸ਼ਿਵਚੰਦ ਜੀ ਗੰਗਾ ਕਿਨਾਰੇ ਇਕਾਂਤ ਵਿੱਚ ਬੈਠੇ ਅੰਤਰ ਧਿਆਨ ਹੋਏ ਪ੍ਰਭੂ ਦੀ ਆਰਾਧਨਾ ਕਰ ਰਹੇ ਸਨ। ਉਹਨਾਂ ਨੂੰ ਉਸ ਵੇਲੇ ਲੱਗ ਰਿਹਾ ਸੀ ਜਿਵੇਂ ਉਹ ਭਗਵਾਨ ਦੇ ਦਰਸ਼ਨ ਕਰ ਹੀ ਲੈਣਗੇ। ਉਸ ਸਮੇਂ ਸ੍ਰੀ ਦਸਮੇਸ਼ ਜੀ ਖੇਡਦੇ ਖੇਡਦੇ ਉਸ ਥਾਂ ਜਾ ਪੁੱਜੇ ਜਿੱਥੇ ਪੰਡਿਤ ਸ਼ਿਵਚੰਦ ਭਗਤੀ ਕਰ ਰਹੇ ਸਨ। ਸ਼ਿਵਚੰਦ ਨੂੰ ਅੱਖਾਂ ਮੀਟੀ ਸਮਾਧੀ ਵਿੱਚ ਬੈਠੇ ਵੇਖ ਕੇ ਗੁਰੂ ਜੀ ਹੌਲੀ-ਹੌਲੀ ਉਹਨਾਂ ਦੇ ਪਾਸ ਗਏ ਅਤੇ ਪੰਡਿਤ ਦੇ ਕੰਨਾਂ ਕੋਲ ਮੂੰਹ ਕਰਕੇ ਬੋਲੇ, ਪੰਡਿਤ ਜੀ ਚਾਦ। ਪੰਡਿਤ ਇੱਕਦਮ ਤਬਕਿਆ ਅਤੇ ਆਪਣੇ ਸਾਹਮਣੇ ਇੱਕ ਸੁੰਦਰ ਬਾਲਕ ਨੂੰ ਵੇਖ ਕੇ ਹੈਰਾਨ ਰਹਿ ਗਿਆ। ਬਾਲਕ ਦੀਆਂ ਗੋਲ-ਗੋਲ ਚਮਕਦਾਰ ਅੱਖਾਂ, ਹਸੂ-ਹਸੂ ਕਰਦਾ ਚਿਹਰਾ ਅਤੇ ਫੁਰਤੀਲੇ ਸਰੀਰ ਨੂੰ ਵੇਖ ਕੇ ਉਹ ਕੀਲਿਆ ਗਿਆ ਅਤੇ ਕਾਫੀ ਸਮਾਂ ਟਿਕਟਿਕੀ ਲਾਈ ਬਾਲਕ ਵੱਲ ਤੱਕਦਾ ਰਿਹਾ। ਉਸ ਨੂੰ ਇੰਜ ਵਿਸ਼ਵਾਸ ਹੋ ਗਿਆ ਕਿ ਪ੍ਰਭੂ ਇੱਕ ਬਾਲਕ ਦਾ ਰੂਪ ਧਾਰ ਕੇ ਉਸ ਪਾਸ ਆ ਗਏ ਹਨ ਅਤੇ ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ। ਪਿਆਰ ਵਿੱਚ ਖੀਵੇ ਹੋਏ ਪੰਡਿਤ ਨੇ ਝੱਟ ਸਿਰ ਨਿਵਾ ਕੇ ਗੁਰੂ ਜੀ ਅੱਗੇ ਮੱਥਾ ਟੇਕਿਆ ਅਤੇ ਕਿਹਾ, ਤੂੰ ਮੇਰਾ ਬਾਲਾ ਪ੍ਰੀਤਮ ਏ, ਅੱਜ ਮੈਨੂੰ ਪ੍ਰਭੂ ਆਪ ਮਿਲ ਪਿਆ ਹੈ। ਉਸ ਦਿਨ ਤੋਂ ਬਾਅਦ ਸ਼ਿਵਚੰਦ ਹਮੇਸ਼ਾ ਬਾਲਾ ਪ੍ਰੀਤਮ ਦੇ ਦਰਸ਼ਨ ਕਰਨ ਆਉਂਦੇ ਅਤੇ ਮੱਥਾ ਟੇਕ ਕੇ ਚਲੇ ਜਾਂਦੇ। ਹੋਰ ਬ੍ਰਾਹਮਣ ਉਹਨਾਂ ਨੂੰ ਮਖੌਲ ਕਰਦੇ ਕਿ ਇਹਨਾਂ ਗਿਆਨਵਾਨ ਬੁੱਧਾ ਪੰਡਿਤ ਹੋ ਕੇ ਇੱਕ ਛੋਟੇ ਬੱਚੇ ਨੂੰ ਨਮਸਕਾਰ ਕਰਦਾ ਹੈ। ਪਰ ਪੰਡਿਤ ਸ਼ਿਵਚੰਦ ਜੀ ਕਿਸੇ ਦੀ ਵੀ ਪਰਵਾਹ ਨਹੀਂ ਸਨ ਕਰਦੇ ਅਤੇ ਜਦ ਤੱਕ ਬਾਲਾ ਪ੍ਰੀਤਮ ਪਟਨੇ ਰਹੇ, ਉਹ ਹਰ ਰੋਜ਼ ਦਰਸ਼ਨ ਕਰਨ ਆਉਂਦੇ ਰਹੇ। ਸਾਖੀ ਸਖਣੀ ਗੋਦ ਦੀ ਰੌਣਕ। ਰਾਜਾ ਫਤਿਹ ਚੰਦ ਤੇ ਉਸ ਦੀ ਰਾਣੀ ਪਰਮਾਤਮਾ ਦੇ ਬੜੇ ਭਗਤ ਸਨ। ਪਰਮਾਤਮਾ ਨੇ ਉਹਨਾਂ ਨੂੰ ਦੁਨੀਆ ਦੇ ਸਾਰੇ ਸੁੱਖ ਦਿੱਤੇ ਸਨ, ਕੇਵਲ ਇੱਕੋ ਇੱਕ ਥੋੜ੍ਹੀ ਸੀ ਸੰਤਾਨ ਦੀ। ਉਹਨਾਂ ਦੇ ਘਰ ਕੋਈ ਬਾਲ ਨਹੀਂ ਸੀ। ਦੋਵੇਂ ਪਤੀ ਪਤਨੀ ਇਸ ਗੱਲੋਂ ਚੁਰਦੇ ਰਹਿੰਦੇ। ਉਹਨਾਂ ਨੇ ਪੰਡਿਤ ਸ਼ਿਵ ਦੱਤ ਜੀ ਪਾਸ ਬੇਨਤੀ ਕੀਤੀ, ਪੰਡਿਤ ਜੀ, ਸਾਨੂੰ ਕੋਈ ਉਪਾਅ ਦੱਸੋ ਜਿਸ ਨਾਲ ਅਸੀਂ ਔਲਾਦ ਦਾ ਮੂੰਹ ਵੇਖ ਸਕੀਏ। ਪੰਡਿਤ ਜੀ ਨੇ ਆਪਣੇ ਯੋਗ ਬਲ ਨਾਲ ਵੇਖ ਲਿਆ ਕਿ ਉਹਨਾਂ ਦੀ ਕਿਸਮਤ ਵਿੱਚ ਔਲਾਦ ਦਾ ਮੁੱਖ ਵੇਖਣਾ ਨਹੀਂ ਲਿਖਿਆ। ਪਰ ਇਹ ਦੱਸਣ ਨਾਲ ਰਾਜਾ ਰਾਣੀ ਨੂੰ ਘੋਰ ਨਿਰਾਸ਼ਤਾ ਹੁੰਦੀ, ਇਸ ਲਈ ਉਹਨਾਂ ਨੇ ਪਤੀ ਪਤਨੀ ਨੂੰ ਪਰਮਾਤਮਾ ਅੱਗੇ ਅਰਦਾਸ ਕਰਨ ਲਈ ਆਖਿਆ ਤੇ ਕ੍ਰਿਸ਼ਨ ਜੀ ਦੀ ਬਾਲ ਮੂਰਤੀ ਨੂੰ ਰੋਜ਼ ਪੂਰੀਆਂ ਤੇ ਘੁੰਮਣੀਆਂ ਦਾ ਭੋਗ ਲਵਾਉਣ ਲਈ ਕਿਹਾ। ਦੂਜੇ ਦਿਨ ਪੰਡਿਤ ਜੀ ਨੇ ਬਾਲ ਗੋਬਿੰਦ ਨੂੰ ਰਾਣੀ ਦੀ ਸੰਤਾਨ ਲਈ ਤੜਫਣੀ ਦੀ ਗੱਲ ਦੱਸੀ
ਤੇ ਉਹਨਾਂ ਨੂੰ ਰਾਣੀ ਦੇ ਮਹਿਲ ਵਿੱਚ ਜਾ ਕੇ ਉਸ ਨੂੰ ਦਰਸ਼ਨ ਦੇਣ ਲਈ ਪ੍ਰੇਰਿਆ। ਬਾਲ ਗੋਬਿੰਦ ਜੀ ਆਪਣੇ ਸੰਗਿਆਂ ਨੂੰ ਲੈ ਕੇ ਮਹਿਲ ਵਿੱਚ ਜਾ ਪਹੁੰਚੇ। ਰਾਣੀ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਅੱਖਾਂ ਮੀਟ ਕੇ ਬੈਠੀ ਸੀ। ਬਾਲ ਗੋਬਿੰਦ ਜੀ ਛੋਪਲੀ ਪੈਰ ਰੱਖਦੇ ਉਸ ਦੇ ਕੋਲ ਚਲੇ ਗਏ ਤੇ ਮਲਕੜੇ ਜਿਹੇ ਰਾਣੀ ਦੀ ਗੋਦ ਵਿੱਚ ਜਾ ਬੈਠੇ। ਰਾਣੀ ਨੇ ਤੁਬਕ ਕੇ ਨੈਣ ਖੋਲ੍ਹੇ ਤੇ ਕੀ ਵੇਖਦੀ ਹੈ ਕਿ ਇੱਕ ਅਤੀ ਸੁੰਦਰ ਬਾਲਕ, ਉਸ ਦੀਆਂ ਕਲਪਨਾਵਾਂ ਨਾਲੋਂ ਵੀ ਵੱਧ ਕੇ ਸੁੰਦਰ, ਉਸ ਦੀ ਝੋਲੀ ਵਿੱਚ ਬੈਠਾ ਹੈ ਤੇ ਕੋਮਲ ਤੱਕਣੀ ਨਾਲ ਉਸ ਦਾ ਮੂੰਹ ਨਿਹਾਰ ਰਿਹਾ ਹੈ। ਰਾਣੀ ਦਾ ਹਿਰਦਾ ਮਾਤ ਸਨੇਹ ਨਾਲ ਭਰ ਗਿਆ। "ਓ ਪੁੱਤਰ ਜੀ, ਓ ਪੁੱਤਰ ਜੀ!" ਉਸ ਦੇ ਮੂੰਹੋਂ ਨਿਕਲ ਪਿਆ, "ਤੁਸੀਂ ਆ ਗਏ।" ਤੇ ਉਸਨੇ ਬਾਲ ਗੋਬਿੰਦ ਨੂੰ ਛਾਤੀ ਨਾਲ ਕੁੱਟ ਲਿਆ, ਜਿਵੇਂ ਡਰਦੀ ਹੋਵੇ ਕਿ ਉਹ ਕਿਤੇ ਸੁਪਨਾ ਨਾ ਵੇਖਦੀ ਹੋਵੇ ਤੇ ਇਹ ਸੁਪਨਾ ਕਿਤੇ ਟੁੱਟ ਨਾ ਜਾਏ। ਬਾਲ ਗੋਬਿੰਦ ਨੇ ਵੀ ਆਪਣੀਆਂ ਨਿੱਕੀਆਂ ਬਾਂਵੜੀਆਂ ਨਾਲ ਰਾਣੀ ਨੂੰ ਗਲਵੱਕੜੀ ਪਾ ਲਈ ਤੇ ਆਪਣਾ ਨਾਜ਼ਕ ਸਿਰ ਰਾਣੀ ਮਾਂ ਦੇ ਮੋਢੇ ਨਾਲ ਜੋੜ ਲਿਆ। ਦੋਵੇਂ ਮਾਂ ਪੁੱਤਰ ਕਿੰਨਾ ਚਿਰ ਇਸ ਪਿਆਰ ਗਲਵੱਕੜੀ ਦੇ ਇਲਾਹੀ ਸੁਆਦ ਵਿੱਚ ਡੁੱਬੇ ਰਹੇ, ਸੁਆਦੋ ਸੁਆਦ ਹੁੰਦੇ ਰਹੇ। ਫੇਰ ਬਾਲ ਗੋਬਿੰਦ ਜੀ ਨੇ ਹੌਲੀ ਜਿਹੀ ਆਪਣਾ ਸਿਰ ਚੁੱਕਿਆ ਤੇ ਮਾਖਿਓ ਮਿੱਠੀ ਆਵਾਜ਼ ਵਿੱਚ ਕਿਹਾ, "ਮਾਂ ਜੀ, ਸਾਡੀਆਂ ਪੂਰੀਆਂ ਕੋਮਣੀਆਂ।" ਰਾਣੀ ਚੌਂਕੀ ਤੇ ਕਿਹਾ, "ਆਹ ਪੁੱਤਰ ਜੀ, ਮੈਂ ਤਾਂ ਭੁੱਲ ਹੀ ਗਈ ਸਾਂ।" ਤੇ ਉਹ ਉੱਠ ਕੇ ਅੰਦਰ ਗਈ ਤੇ ਇੱਕ ਵੱਡੀ ਸਾਰੀ ਥਾਲੀ ਵਿੱਚ ਪੂਰੀਆਂ ਕੋਮਣੀਆਂ, ਚਾਵਲ, ਕੜਾਹ, ਦੁੱਧ ਤੇ ਹੋਰ ਕਈ ਕੁਝ ਪਰੋਸ ਕੇ ਲੈ ਆਈ ਤੇ ਗੋਬਿੰਦ ਜੀ ਦੇ ਅੱਗੇ ਲਿਆ ਧਰਿਆ। ਬਾਲ ਗੋਬਿੰਦ ਜੀ ਨੇ ਆਪਣੇ ਸੰਗਿਆਂ ਨੂੰ ਵੀ ਬੁਲਾ ਲਿਆ ਤੇ ਸਾਰੇ ਰਲ ਕੇ ਛਕਣ ਲੱਗੇ। ਅਗਲੇ ਦਿਨ ਉਹ ਫੇਰ ਮਹਿਲ ਵਿੱਚ ਖੇਡ ਰਹੇ ਸਨ ਤੇ ਉਸ ਤੋਂ ਅਗਲੇ ਦਿਨ ਵੀ, ਤੇ ਇਹ ਹੁਣ ਨਿੱਤ ਦਾ ਨੇਮ ਬਣ ਗਿਆ। ਰਾਣੀ ਖੁਸ਼ ਸੀ, ਉਸ ਦੀ ਸੱਖਣੀ ਗੋਦ ਭਰ ਗਈ ਸੀ। ਰਾਜਾ ਖੁਸ਼ ਸੀ, ਉਸ ਦੀ ਸੰਤਾਨ ਦੀ ਸਿੱਖ ਤ੍ਰਿਪਤ ਹੋ ਗਈ ਸੀ। ਸਾਖੀ ਰਾਣੀ ਮਾਂ ਤੋਂ ਵਿਛੋੜਾ। ਪਰ ਰਾਜਾ ਰਾਣੀ ਨੂੰ ਛੇਤੀ ਹੀ ਆਪਣੇ ਧਰਮ ਪੁੱਤਰ ਦਾ ਵਿਛੋੜਾ ਵੇਖਣ ਤੇ ਮਜਬੂਰ ਹੋਣਾ ਪਿਆ। ਇੱਕ ਦਿਨ ਬਾਲ ਗੋਬਿੰਦ ਜੀ ਨੇ ਰਾਣੀ ਮਾਂ ਨੂੰ ਦੱਸਿਆ, "ਅਸੀਂ ਪੰਜਾਬ ਜਾ ਰਹੇ ਹਾਂ।" ਰਾਣੀ ਦੇ ਹਿਰਦੇ ਤੇ ਜਿਵੇਂ ਵਜਰ ਆ ਹੋਵੇ, ਚੀਸੋ ਚੀਸ ਹੋ ਕੇ ਪੁੱਛਣ ਲੱਗੀ, ਕਿਉਂ ਪੁੱਤਰ ਜੀ? ਪੰਜਾਬ ਕਿਉਂ ਜਾ ਰਹੇ ਹੋ?" "ਪਿਤਾ ਜੀ ਵੱਲੋਂ ਬੁਲਾਵਾ ਆਇਆ ਹੈ," ਬਾਲਾ ਪ੍ਰੀਤਮ ਨੇ ਦੱਸਿਆ। "ਪਰ ਮੇਰਾ ਕੀ ਬਣੇਗਾ?" ਰਾਣੀ ਮਾਂ ਨੇ ਬੜੇ ਯਤਨ ਨਾਲ ਪੁੱਬਾਂ ਨਿਕਲਦਿਆਂ ਨੂੰ ਰੋਕ ਕੇ ਪੁੱਛਿਆ। "ਤੁਸੀਂ ਸਾਨੂੰ ਕੋਲ ਹੀ ਸਮਝਣਾ," ਬਾਲ ਗੋਬਿੰਦ ਜੀ ਨੇ ਦਿਲਾਸਾ ਦਿੱਤਾ। "ਰਤਾ ਅੱਖਾਂ ਮੀਟਣਾ, ਅਸੀਂ ਤੁਹਾਡੇ ਸਾਹਮਣੇ ਹੋਵਾਂਗੇ।" "ਆਹ ਬੇਟਾ ਜੀ, ਜੇ ਵਿਛੋੜੇ ਹੀ ਦੇਣੇ ਸਾਜੇ ਤਾਂ ਇਨਾ ਮੋਹ ਕਿਉਂ ਪਾਇਆ ਸੀ?" ਰਾਣੀ ਵਿਰਲਾਪ ਕਰਦੀ ਬੋਲੀ। ਬਾਲਾ ਪ੍ਰੀਤਮ ਕੁਝ ਚਿਰ ਵਿਚਾਰਾਂ ਵਿੱਚ ਡੁੱਬੇ ਰਹੇ। ਫੇਰ ਹੌਲੀ ਜਿਹੀ ਕਹਿਣ ਲੱਗੇ, "ਸਾਡਾ ਜਾਣਾ ਤਾਂ ਨਹੀਂ ਰੁਕ ਸਕਦਾ, ਤੁਸੀਂ ਕੁਝ ਸਮੇਂ ਲਈ ਸਾਡੇ ਕੋਲ ਆ ਜਾਣਾ, ਆਨੰਦਪੁਰ।" "ਪਤੀ ਜੀ ਮੈਨੂੰ ਜਾਣ ਤੋਂ ਨਹੀਂ ਰੋਕਣ ਲੱਗੇ?" ਰਾਣੀ ਨੇ ਸੋਚਿਆ ਤੇ ਪਿਆਰ ਵਿੱਚ ਬੇਹਵਲ ਹੋ ਬਾਲਾ ਜੀ ਨੂੰ ਛਾਤੀ ਨਾਲ ਕੁੱਟ ਲਿਆ। ਸਾਖੀ ਪਟਨੇ ਤੋਂ ਰਵਾਨਗੀ। ਪਿਤਾ ਜੀ ਦੇ ਪੰਜਾਬ ਚਲੇ ਜਾਣ ਤੇ ਬਾਲਾ ਪ੍ਰੀਤਮ ਵੀ ਹਰ ਵੇਲੇ ਪੰਜਾਬ ਜਾਣ ਦੀ ਤਾਂਘ ਕਰਨ ਲੱਗੇ। ਉਹ ਚਾਹੁੰਦੇ ਸਨ ਛੇਤੀ ਤੋਂ ਛੇਤੀ ਪੰਜਾਬ ਜਾਇਆ ਜਾਏ। ਪਿਤਾ ਜੀ ਨੂੰ ਮਿਲਣ ਦੀ ਲੋਚਾ ਅਤੇ ਤੀਬਰਤਾ ਵੱਧਦੀ ਜਾਂਦੀ। ਕੁਝ ਸਮਾਂ ਬਾਅਦ ਆਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਦਾ ਸੁਨੇਹਾ ਪੁੱਜ ਗਿਆ ਕਿ ਸਾਰਾ ਪਰਿਵਾਰ ਉੱਥੇ ਆ ਜਾਵੇ। ਬਾਲਾ ਪ੍ਰੀਤਮ ਜੀ ਅਤੇ ਸਾਰਾ ਪਰਿਵਾਰ ਇਹ ਖਬਰ ਸੁਣ ਕੇ ਬਹੁਤ ਖੁਸ਼ ਹੋਏ, ਪਰ ਸਾਰਾ ਪਟਨਾ ਉਦਾਸ ਹੋ ਗਿਆ। ਜਦ ਇਹ ਖਬਰ ਪਟਨੇ ਵਿੱਚ ਪੁੱਜੀ ਤਾਂ ਬਾਲਾ ਪ੍ਰੀਤਮ ਦੇ ਪਿਆਰਿਆਂ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਇੰਜ ਅਨੁਭਵ ਕਰਨ ਲੱਗੇ ਜਿਵੇਂ ਉਹ ਆਪਣਾ ਸਭ ਕੁਝ ਗਵਾ ਰਹੇ ਮਟ। ਗੁਰੂ ਕੀ ਹਵੇਲੀ ਸਾਰੇ ਮਿੱਤਰ ਪਿਆਰਿਆਂ ਨਾਲ ਭਰ ਗਈ। ਬਾਲਾ ਪ੍ਰੀਤਮ ਦੇ ਹਾਣੀ ਮੁੰਡੇ ਜਿਹੜੇ ਉਹਨਾਂ ਨਾਲ ਰਲ ਕੇ ਖੇਡਦੇ ਸਨ, ਛੋਲੇ ਪੂਰੀਆਂ ਅਤੇ ਕੜਾਹ ਛਕਦੇ ਸਨ, ਇਸ ਵਿਛੋੜੇ ਤੋਂ ਜ਼ਿਆਦਾ ਹੀ ਗਮਗੀਨ ਹੋ ਗਏ ਸਨ। ਉਹ ਬਾਰ-ਬਾਰ ਇਹ ਕਹਿੰਦੇ ਸਨ, ਹੁਣ ਸਾਡਾ ਲੀਡਰ ਕੌਣ ਹੋਵੇਗਾ, ਜਿਹੜਾ ਸਾਨੂੰ ਟੋਲੀਆਂ ਬਣਾ ਕੇ ਫੌਜੀ ਲੜਾਈ ਦਾ ਅਭਿਆਸ ਕਰਾਵੇਗਾ। ਬਾਲਾ ਪ੍ਰੀਤਮ ਨੇ ਉਹਨਾਂ ਨੂੰ ਸਮਝਾਇਆ ਕਿ ਉਹਨਾਂ ਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਜਦ ਉਹ ਕੋਈ ਖੇਡ ਮੈਨੂੰ ਯਾਦ ਕਰਕੇ ਖੇਡਿਆ ਕਰਨਗੇ ਤਾਂ ਮੈਂ ਉਹਨਾਂ ਦੇ ਵਿੱਚ ਹੋਵਾਂਗਾ। ਰਾਜਾ ਫਤਿਹ ਚੰਦ ਅਤੇ ਉਸ ਦੀ ਰਾਣੀ ਵੀ ਬਹੁਤ ਉਦਾਸ ਸਨ। ਜਦ ਬਾਲਾ ਪ੍ਰੀਤਮ ਨੇ ਉਹਨਾਂ ਨੂੰ ਧੀਰਜ ਦਿੱਤਾ ਅਤੇ ਕਿਹਾ, ਮੈਂ ਸਦਾ ਤੁਹਾਡੇ ਅੰਗ ਸੰਗ ਹੋਵਾਂਗਾ।
ਜਦ ਤੱਕ ਮੇਰੇ ਸਾਥੀਆਂ ਨੂੰ ਤੁਸੀਂ ਛੋਲੇ ਪੂਰੀਆਂ ਛਕਾਓਗੇ, ਮੈਂ ਵੀ ਵਿੱਚ ਹੋਵਾਂਗਾ। ਬਾਲਾ ਪ੍ਰੀਤਮ ਨੇ ਰਾਜਾ ਅਤੇ ਰਾਣੀ ਨੂੰ ਆਪਣੇ ਵੱਲੋਂ ਇੱਕ ਤਲਵਾਰ, ਇੱਕ ਕਟਾਰ ਅਤੇ ਪੁਸ਼ਾਕਾ ਭੇਟ ਕੀਤਾ ਅਤੇ ਕਿਹਾ, ਜਦ ਵੀ ਮੇਰੀ ਯਾਦ ਆਏ ਇਹਨਾਂ ਵਸਤਾਂ ਨੂੰ ਤੱਕ ਲਿਆ ਕਰਨਾ, ਇਹਨਾਂ ਵਿੱਚ ਮੈਂ ਨਜ਼ਰ ਆਵਾਂਗਾ। ਤੁਸੀਂ ਸਦਾ ਬਾਣੀ ਦਾ ਪਾਠ ਕਰਨਾ ਅਤੇ ਪ੍ਰਭੂ ਵਿੱਚ ਚਿੱਤ ਜੋੜਨਾ, ਤੁਹਾਡੀਆਂ ਸਭ ਉਦਾਸੀਆਂ ਦੂਰ ਹੋ ਜਾਣਗੀਆਂ। ਪੰਡਿਤ ਸ਼ਿਵਦੱਤ ਵੀ ਰਵਾਨਗੀ ਦੀ ਖਬਰ ਸੁਣ ਕੇ ਪਹੁੰਚ ਗਿਆ ਸੀ। ਉਹ ਵੀ ਚੁੱਪਚਾਪ ਖਲੋਤਾ ਸੀ। ਗੁਰੂ ਸਾਹਿਬ ਨੇ ਉਸ ਨੂੰ ਵੀ ਧੀਰਜ ਦਿੱਤਾ ਅਤੇ ਕਿਹਾ, ਤੁਸੀਂ ਆਪਣੀ ਤਪੱਸਿਆ ਨਾਲ ਸੱਚੇ ਪ੍ਰਭੂ ਦੇ ਨੇੜੇ ਪਹੁੰਚ ਗਏ ਹੋ, ਮੈਂ ਤੁਹਾਨੂੰ ਰੋਜ਼ ਸਵੇਰੇ ਦਰਸ਼ਨ ਦਿਆ ਕਰਾਂਗਾ। ਤੁਹਾਡਾ ਕਲਿਆਣ ਹੋ ਗਿਆ ਹੈ ਅਤੇ ਦੋ ਜਹਾਨਾਂ ਵਿੱਚ ਤੁਸੀਂ ਸੁਰਖਰੂ ਹੋ ਗਏ ਹੋ। ਜਗਤੇ ਸੇਠ ਨੇ ਰਵਾਨਗੀ ਦੀਆਂ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਸਨ। ਬੜੀਆਂ ਸੋਹਣੀਆਂ ਗੱਡੀਆਂ ਉਹ ਸਜਾ ਕੇ ਲਿਆਇਆ ਸੀ। ਰਾਹ ਵਿੱਚ ਵੀ ਸਾਰੇ ਰੁਕਣ ਵਾਲੇ ਥਾਵਾਂ ਤੇ ਉਸਨੇ ਆਪਣੇ ਆਦਮੀ ਭੇਜ ਦਿੱਤੇ ਸੀ ਤਾਂ ਕਿ ਗੁਰੂ ਪਰਿਵਾਰ ਨੂੰ ਸਫ਼ਰ ਵਿੱਚ ਕੋਈ ਔਕੜ ਨਾ ਆਵੇ। ਸਾਰਿਆਂ ਨੂੰ ਦਾਤਾਂ ਵੰਡਦਿਆਂ ਵੇਖ ਕੇ ਉਸਨੇ ਵੀ ਨਿਮਰਤਾ ਸਾਹਿਤ ਦਰਸ਼ਨਾਂ ਦੀ ਦਾਤ ਮੰਗੀ। ਗੁਰੂ ਜੀ ਨੇ ਫਰਮਾਇਆ, ਸੇਠ ਜਗਤੇ ਸਾਡੀ ਰਵਾਨਗੀ ਦਾ ਪ੍ਰਬੰਧ ਕਰਕੇ ਤੂੰ ਕੇਵਲ ਸਾਨੂੰ ਹੀ ਨਹੀਂ ਸਾਰੇ ਜਗਤ ਨੂੰ ਜਿੱਤ ਲਿਆ ਹੈ। ਹਰ ਰੋਜ਼ ਸਵੇਰੇ ਸੰਗਤ ਵਿੱਚ ਜਾਵੀਂ, ਉੱਥੇ ਸਾਡੇ ਦਰਸ਼ਨ ਹੋਣਗੇ। ਬਾਲਾ ਪ੍ਰੀਤਮ ਅਤੇ ਹੋਰ ਸਾਰਾ ਪਰਿਵਾਰ ਪਾਲਕੀਆਂ, ਡੋਲਿਆਂ ਅਤੇ ਗੱਡੀਆਂ ਵਿੱਚ ਸਵਾਰ ਹੋ ਗਿਆ। ਗੱਡੀਆਂ ਚੱਲ ਪਈਆਂ ਪਰ ਪਟਨਾ ਨਿਵਾਸੀ ਕੋਈ ਵਾਪਸ ਨਹੀਂ ਹੋਇਆ। ਅਗਲੇ ਪੜਾਅ ਤੱਕ ਛੱਡਣ ਲਈ ਸਾਰੇ ਨਾਲ ਤੁਰ ਪਏ। ਸਾਖੀ ਹਾਂਡੀ ਸਾਹਿਬ। ਪਹਿਲਾ ਪੜਾਅ ਦਾਨਾਪੁਰ ਸੀ। ਪਟਨੇ ਦੀ ਸਾਰੀ ਸੰਗਤ ਇੱਥੋਂ ਤੱਕ ਨਾਲ ਆਈ ਸੀ। ਬਾਲਾ ਪ੍ਰੀਤਮ ਪਾਲਕੀ ਵਿੱਚ ਸਵਾਰ ਸਨ। ਮਾਤਾ ਨਾਨਕੀ ਅਤੇ ਮਾਤਾ ਗੁਜਰੀ ਡੋਲਿਆਂ ਵਿੱਚ ਬੈਠੇ ਸਨ। ਜਗਤੇ ਸੇਠ ਦੇ ਕਰਿੰਦਿਆਂ ਨੇ ਇੱਥੇ ਰਹਿਣ ਦਾ ਪ੍ਰਬੰਧ ਕੀਤਾ ਸੀ। ਸੰਗਤ ਵੀ ਉਸ ਸਮੇਂ ਵਾਪਸ ਜਾਣਾ ਨਹੀਂ ਸੀ ਚਾਹੁੰਦੀ, ਇਸ ਲਈ ਸਾਰੀ ਸੰਗਤ ਦੇ ਰਹਿਣ ਦਾ ਇੰਤਜ਼ਾਮ ਕਰ ਦਿੱਤਾ ਗਿਆ। ਦਾਨਾਪੁਰ ਵਿੱਚ ਇੱਕ ਮਾਈ ਰਹਿੰਦੀ ਸੀ। ਇੱਕ ਵਾਰ ਗੁਰੂ ਤੇਗ ਬਹਾਦਰ ਸਾਹਿਬ ਜਦ ਇਸ ਕਸਬੇ ਵਿੱਚ ਆਏ ਸਨ ਤਾਂ ਇਸ ਮਾਈ ਨੇ ਇੱਕ ਹਾਂਡੀ ਵਿੱਚ ਖਿਚੜੀ ਰਿੰਨ ਕੇ ਗੁਰੂ ਸਾਹਿਬ ਨੂੰ ਖਵਾਈ ਸੀ। ਮਾਈ ਨੇ ਹਾਲੇ ਤੱਕ ਉਹ ਹਾਂਡੀ ਬੜੇ ਪਿਆਰ ਨਾਲ ਸਾਂਭ ਕੇ ਰੱਖੀ ਸੀ। ਜਦ ਉਸ ਮਾਈ ਨੂੰ ਪਤਾ ਲੱਗਾ ਕਿ ਸਾਹਿਬਜ਼ਾਦੇ ਅਤੇ ਉਹਨਾਂ ਦਾ ਪਰਿਵਾਰ ਅੱਜ ਇੱਥੇ ਆਏ ਹੋਏ ਹਨ ਤਾਂ ਉਹ ਮਾਈ ਗੁਰੂ ਪਰਿਵਾਰ ਨੂੰ ਆ ਮਿਲੀ। ਹੱਥ ਜੋੜ ਕੇ ਬੇਨਤੀ ਕੀਤੀ ਕਿ ਅੱਜ ਦਾ ਲੰਗਰ ਉਹਨਾਂ ਪਾਸ ਛਕਣ। ਉਸ ਦਾ ਪ੍ਰੇਮ ਵੇਖ ਕੇ ਸਾਰੇ ਉਸ ਦਾ ਲੰਗਰ ਛਕਣਾ ਮੰਨ ਗਏ। ਪਰ ਸਾਹਿਬਜ਼ਾਦੇ ਨੇ ਕਿਹਾ, ਮਾਤਾ ਜੀ, ਬਾਕੀ ਸਭ ਦਾਲ ਰੋਟੀ ਛਕਣਗੇ, ਪਰ ਮੈਂ ਉਸ ਹਾਂਡੀ ਵਿੱਚ ਰਿੰਨੀ ਖਿਚੜੀ ਖਾਵਾਂਗਾ ਜਿਸ ਹਾਂਡੀ ਦੀ ਖਿਚੜੀ ਸਤਿਗੁਰੂ ਆਪ ਖਾ ਕੇ ਗਏ ਸਨ। ਮਾਈ ਇਹ ਸੁਣ ਕੇ ਬਹੁਤ ਖੁਸ਼ ਹੋਈ। ਉਸਨੇ ਸੰਗਤ ਨੂੰ ਦਾਲ ਫੁਲਕਾ ਛਕਾਇਆ ਤੇ ਗੁਰੂ ਜੀ ਵਾਸਤੇ ਖਿਚੜੀ ਤਿਆਰ ਕਰਕੇ ਲਿਆਈ। ਅਗਲੇ ਦਿਨ ਪਟਨੇ ਵਾਲੀ ਸੰਗਤ ਇੱਕ ਪਿਆਰ ਵਿਛੋੜੇ ਦੀ ਸੱਲ ਲੈ ਕੇ ਵਾਪਸ ਚਲੇ ਗਈ ਅਤੇ ਗੁਰੂ ਪਰਿਵਾਰ ਲਖਨੌਰ ਵੱਲ ਚੱਲ ਪਿਆ। ਮਾਈ ਜੀ ਦੀ ਹਾਂਡੀ ਕਰਕੇ ਬਾਅਦ ਵਿੱਚ ਜਿਹੜੀ ਸੰਗਤ ਮਾਈ ਜੀ ਦੇ ਘਰ ਜੁੜਦੀ ਸੀ ਉਸ ਦਾ ਨਾਂ ਹਾਂਡੀ ਸੰਗਤ ਪੈ ਗਿਆ। ਅੱਜ ਜਿਹੜਾ ਇੱਥੇ ਗੁਰਦੁਆਰਾ ਹੈ ਉਸ ਦਾ ਨਾਂ ਹਾਂਡੀ ਸਾਹਿਬ ਹੈ। ਸਾਖੀ। ਲਖਨੌਰ ਦੇ ਮਸੰਦਾਂ ਨੇ ਗੁਰੂ ਪਰਿਵਾਰ ਦੇ ਠਹਿਰਨ ਲਈ ਚੰਗਾ ਪ੍ਰਬੰਧ ਕਰ ਦਿੱਤਾ ਸੀ। ਬਾਲਾ ਪ੍ਰੀਤਮ ਤਾਂ ਬੜੇ ਉਤਾਵਲੇ ਸਨ ਕਿ ਅੱਖ ਦੇ ਫੇਰ ਵਿੱਚ ਉਹ ਆਪਣੇ ਪਿਤਾ ਜੀ ਨੂੰ ਜਾ ਮਿਲਣ, ਪਰ ਮੌਸਮ ਨੇ ਐਸੀ ਰੁਕਾਵਟ ਪਾਈ ਕਿ ਉਹਨਾਂ ਨੂੰ ਕਾਫੀ ਸਮਾਂ ਲਖਨੌਰ ਠਹਿਰਨਾ ਪਿਆ। ਪਰ ਬਾਲ ਪਾਤਸ਼ਾਹ ਹਰ ਸਥਾਨ ਤੇ ਆਪਣੇ ਜੀ ਨੂੰ ਲਾਉਣਾ ਜਾਣਦੇ ਸਨ। ਉਹਨਾਂ ਇੱਥੇ ਵੀ ਆਪਣੇ ਹਾਣ ਦੇ ਮੁੰਡੇ ਇਕੱਠੇ ਕੀਤੇ ਅਤੇ ਉਹਨਾਂ ਨੂੰ ਫੌਜੀ ਸਿਖਲਾਈ ਦੇਣ ਲੱਗ ਗਏ। ਗੱਤਕੇਬਾਜ਼ੀ ਦਾ ਰੋਜ਼ ਅਖਾੜਾ ਲੱਗਦਾ। ਜਿਹੜਾ ਬਾਲ ਜਿੱਤ ਜਾਂਦਾ ਉਸ ਨੂੰ ਆਪਣੇ ਕੋਲੋਂ ਇਨਾਮ ਦਿੰਦੇ। ਕੁਸ਼ਤੀਆਂ ਦਾ ਵੀ ਅਖਾੜਾ ਲੱਗਦਾ। ਛੋਟੇ ਬਾਲ ਇੱਕ ਦੂਸਰੇ ਨਾਲ ਹੱਥ ਪੰਜਾ ਲੈਂਦੇ। ਸਾਰੇ ਬੱਚਿਆਂ ਨੂੰ ਗੁਲੇਲਾ ਬਣਾ ਕੇ ਦਿੰਦੇ ਅਤੇ ਨਿਸ਼ਾਨੇ ਫੁੰਡੇ ਜਾਂਦੇ। ਲਖਨੌਰ ਅਤੇ ਲਾਗਲੇ ਪਿੰਡਾਂ ਦੇ ਬੱਚਿਆਂ ਵਾਸਤੇ ਤਾਂ ਹਰ ਸਮੇਂ ਮੇਲਾ ਹੀ ਲੱਗਾ ਰਹਿੰਦਾ ਸੀ। ਗੁਰੂ ਘਰ ਦੇ ਪ੍ਰੇਮੀਆਂ ਨੂੰ ਜਦ ਪਤਾ ਲੱਗਾ ਤਾਂ ਉਹ ਵਹੀਰਾ ਕੱਤੀ ਆਉਂਦੇ, ਸੋਹਣੀਆਂ ਪੇਟਾਵਾਂ ਪੇਸ਼ ਕਰਦੇ ਅਤੇ ਨਾਮਦਾਨ ਦੇ ਗੱਫੇ ਲੈ ਕੇ ਨਿਹਾਲ ਹੋ ਜਾਂਦੇ। ਲਖਨੌਰ ਉਸ ਸਮੇਂ ਕੋਈ ਚੰਗਾ ਖੂਹ ਜਾਂ ਬੌਲੀ ਨਹੀਂ ਸੀ। ਇੱਕ ਖੂਹ ਸੀ ਜਿਸ ਦਾ ਪਾਣੀ ਬੜਾ ਖਾਰਾ ਅਤੇ ਪੀਣ ਯੋਗ ਨਹੀਂ ਸੀ।
ਸਥਾਨਕ ਸੰਗਤ ਨੇ ਮਾਤਾ ਜੀ ਪਾਸ ਬੇਨਤੀ ਕੀਤੀ ਕਿ ਉਹਨਾਂ ਨੂੰ ਇੱਕ ਖੂਹ ਲਵਾ ਦਿੱਤਾ ਜਾਵੇ ਜਿਸ ਦਾ ਪਾਣੀ ਮਿੱਠਾ ਹੋਵੇ। ਮਾਤਾ ਜੀ ਨੇ ਆਪਣੇ ਖਰਚੇ ਨਾਲ ਖੂਹ ਪੁੱਟਵਾਇਆ। ਇਸ ਦਾ ਪਾਣੀ ਬੜਾ ਨਿਰਮਲ ਅਤੇ ਸਵਾਦੀ ਸੀ। ਇਸ ਤੋਂ ਉਪਰੰਤ ਇੱਕ ਬੌਲੀ ਵੀ ਤਿਆਰ ਕਰਵਾਈ ਗਈ ਤਾਂ ਕਿ ਆਉਂਦਾ ਜਾਂਦਾ ਰਾਹੀ ਪਾਣੀ ਤੋਂ ਪਿਆਸਾ ਨਾ ਜਾਏ। ਜਦ ਬਾਲਾ ਪ੍ਰੀਤਮ ਲਖਨੌਰ ਵਿਖੇ ਠਹਿਰੇ ਹੋਏ ਸਨ ਤਾਂ ਪੀਰ ਭੀਖਣ ਸ਼ਾਹ ਨੂੰ ਵੀ ਪਤਾ ਲੱਗਾ ਤੇ ਉਹ ਬਾਲਾ ਪ੍ਰੀਤਮ ਦੇ ਦਰਸ਼ਨ ਲਈ ਲਖਨੌਰ ਪਹੁੰਚ ਗਏ। ਜਦ ਪੀਰ ਜੀ ਲਖਨੌਰ ਪਹੁੰਚੇ ਤਾਂ ਉਸ ਸਮੇਂ ਬਾਲ ਗੁਰੂ ਜੀ ਆਪਣੇ ਸਾਥੀਆਂ ਨੂੰ ਗੱਤਕੇ ਸਿਖਾ ਰਹੇ ਸਨ। ਪੀਰ ਜੀ ਉਹਨਾਂ ਪਾਸ ਪਹੁੰਚੇ ਅਤੇ ਝੁਕ ਕੇ ਸੱਤ ਸਲਾਮਾਂ ਕੀਤੀਆਂ। ਗੁਰੂ ਜੀ ਨੇ ਖੇਡਣਾ ਛੱਡ ਕੇ ਪੀਰ ਜੀ ਨੂੰ ਗਲਵਕੜੀ ਪਾ ਲਈ ਅਤੇ ਆਪਣੇ ਘਰ ਲੈ ਆਏ। ਪੀਰ ਜੀ ਨੂੰ ਉਹਨਾਂ ਬੈਠਣ ਲਈ ਆਸਣ ਦਿੱਤਾ ਅਤੇ ਆਪ ਉਹਨਾਂ ਦੀ ਗੋਦੀ ਵਿੱਚ ਜਾ ਬੈਠੇ। ਪੀਰ ਜੀ ਦੇ ਸਾਰੇ ਸਾਥੀ ਗੁਰੂ ਜੀ ਦੇ ਇਸ ਸਨੇਹ ਅਤੇ ਪਿਆਰ ਵੱਲ ਵੇਖ ਕੇ ਬਹੁਤ ਖੁਸ਼ ਹੋਏ ਅਤੇ ਸਾਰਿਆਂ ਨੇ ਵਾਰੀ-ਵਾਰੀ ਗੁਰੂ ਜੀ ਅੱਗੇ ਸਜਦਾ ਕੀਤਾ। ਪੀਰ ਜੀ ਕੁਝ ਦਿਨ ਇੱਥੇ ਠਹਿਰੇ ਅਤੇ ਬਾਲਾ ਪ੍ਰੀਤਮ ਦੇ ਚੋਜ ਵੇਖ ਕੇ ਵਾਰਨੇ ਜਾਂਦੇ। ਸਤਿਸੰਗਤ ਅਤੇ ਕੀਰਤਨ ਦਾ ਆਨੰਦ ਵੀ ਮਾਣਦੇ ਰਹੇ। ਬਾਲਾ ਪ੍ਰੀਤਮ ਦੇ ਸਾਖਿਓ ਮਿੱਠੇ ਬੋਲਾਂ ਨੇ ਉਹਨਾਂ ਨੂੰ ਕੀਲ ਹੀ ਲਿਆ ਸੀ। ਵਾਪਿਸ ਜਾਣ ਲੱਗਿਆਂ ਪੀਰ ਜੀ ਨੇ ਬਾਲਾ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਉਹਨਾਂ ਉੱਤੇ ਮਿਹਰ ਦਾ ਹੱਥ ਰੱਖਿਆ ਜਾਵੇ। ਗੁਰੂ ਜੀ ਨੇ ਪ੍ਰਸੰਨ ਹੋ ਕੇ ਅਸੀਸ ਦਿੱਤੀ, ਪੀਰ ਜੀ, ਤੁਹਾਡਾ ਡੇਰਾ ਸਦਾ ਹੀ ਚੱਲਦਾ ਰਹੇਗਾ। ਹਮੇਸ਼ਾ ਇੱਕ ਰੱਬ ਤੇ ਭਰੋਸਾ ਰੱਖਣਾ, ਉਹ ਸਦਾ ਦਾਤਾਰ ਹੈ। ਸਾਖੀ ਗੁਰਦੇਵ ਪਿਤਾ ਜੀ ਨਾਲ ਮੇਲ। ਲਖਨੌਰ ਵਿੱਚ ਰਹਿੰਦਿਆਂ ਬਾਲਾ ਪ੍ਰੀਤਮ ਜੀ ਹਰ ਵੇਲੇ ਇਹੋ ਤਾਂਘ ਰੱਖਦੇ ਸਨ ਕਿ ਕਿਸੇ ਵੇਲੇ ਵੀ ਆਪਣੇ ਗੁਰਦੇਵ ਪਿਤਾ ਜੀ ਦੀ ਗੋਦੀ ਵਿੱਚ ਜਾ ਬੈਠਣ। ਅਖੀਰ ਉਹਨਾਂ ਦੀ ਮਨ ਦੀ ਮੁਰਾਦ ਪੂਰੀ ਹੋਈ। ਜਦ ਮੌਸਮ ਠੀਕ ਹੋਇਆ ਅਤੇ ਨਾਲੇ ਵੀ ਹੇਠਾਂ ਲਹੇ ਗਏ ਤਦ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਇਤਬਾਰੀ ਸਿੱਖਾਂ ਨੂੰ ਗੁਰੂ ਪਰਿਵਾਰ ਨੂੰ ਲੈਣ ਵਾਸਤੇ ਭੇਜਿਆ। ਸੁਨੇਹਾ ਮਿਲਦੇ ਹੀ ਸਾਰਾ ਪਰਿਵਾਰ ਝਟ-ਪਟ ਤਿਆਰ ਹੋ ਗਿਆ। ਪਰ ਜਦ ਇਹ ਖਬਰ ਲਖਨੌਰ ਅਤੇ ਉਸ ਦੇ ਆਲੇ-ਦੁਆਲੇ ਪੁੱਜੀ ਤਾਂ ਇਲਾਕੇ ਦੀ ਸਾਰੀ ਸੰਗਤ ਵਹੀਰਾਂ ਘੱਤ ਕੇ ਆ ਗਈ। ਬਾਲਾ ਪ੍ਰੀਤਮ ਨੇ ਆਪਣੇ ਚੋਜਾਨ ਨਾਲ ਕੁਝ ਮਹੀਨਿਆਂ ਵਿੱਚ ਹੀ ਸਾਰੇ ਇਲਾਕੇ ਨੂੰ ਮੋਹ ਲਿਆ ਸੀ। ਕੋਈ ਵੀ ਸਿੱਖ ਉਹਨਾਂ ਨੂੰ ਰੁਕਣ ਵਾਸਤੇ ਤਾਂ ਨਹੀਂ ਸੀ ਕਹਿ ਸਕਦਾ, ਪਰ ਵਿਛੜਨ ਨੂੰ ਵੀ ਕਿਸੇ ਦਾ ਚਿੱਤ ਨਹੀਂ ਸੀ ਕਰਦਾ। ਗੁਰੂ ਜੀ ਨੇ ਸਾਰਿਆਂ ਨੂੰ ਦਿਲਾਸਾ ਦਿੱਤਾ ਅਤੇ ਸਭ ਨੂੰ ਨਾਮਦਾਨ ਦੀ ਬਖਸ਼ਿਸ਼ ਕੀਤੀ। ਗੁਰੂ ਪਰਿਵਾਰ ਪਹਿਲਾਂ ਵਾਂਗ ਹੀ ਪਾਲਕੀਆਂ, ਡੋਲਿਆਂ ਅਤੇ ਗੱਡੀਆਂ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਚੱਲ ਪਿਆ। ਰੋਪੜ ਆਦੇ ਹੁੰਦੇ ਹੋਏ ਸਾਰਾ ਪਰਿਵਾਰ ਕੀਰਤਪੁਰ ਪੁੱਜਾ। ਕੀਰਤਪੁਰ ਗੁਰੂ ਤੇਗ ਬਹਾਦਰ ਜੀ ਦੇ ਭਰਾਵਾਂ ਦੇ ਸਾਰੇ ਪਰਿਵਾਰ ਰਹਿੰਦੇ ਸਨ। ਸਾਰੇ ਰਿਸ਼ਤੇਦਾਰ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਮਿਲੇ। ਬਾਲਾ ਪ੍ਰੀਤਮ ਨੂੰ ਤੱਕ ਕੇ ਸਾਰਿਆਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਆਈ। ਕਿਉਂਕਿ ਬਾਲਾ ਪ੍ਰੀਤਮ ਆਪਣੇ ਦਾਦੇ ਵਾਂਗ ਹੀ ਫੁਰਤੀਲੇ, ਦਲੇਰ ਅਤੇ ਤਾਕਤਵਰ ਸਨ। ਬਾਲਾ ਪ੍ਰੀਤਮ ਸਾਰੇ ਪਰਿਵਾਰ ਨੂੰ ਮਿਲੇ ਅਤੇ ਉਹਨਾਂ ਸਾਰੇ ਅਸਥਾਨਾਂ ਦੇ ਦਰਸ਼ਨ ਕੀਤੇ ਜਿਹੜੇ ਉਹਨਾਂ ਦੇ ਦਾਦਾ ਜੀ ਨਾਲ ਸੰਬੰਧਿਤ ਸਨ। ਅਗਲੇ ਦਿਨ ਸਾਰਾ ਪਰਿਵਾਰ ਆਨੰਦਪੁਰ ਸਾਹਿਬ ਵੱਲ ਚੱਲ ਪਿਆ। ਆਨੰਦਪੁਰ ਸਾਹਿਬ ਤੋਂ ਵੀ ਬਹੁਤ ਸੰਗਤ ਬਾਲਾ ਪ੍ਰੀਤਮ ਨੂੰ ਅਗਲਵੰਡੀ ਲੈਣ ਵਾਸਤੇ ਆ ਰਹੀ ਸੀ। ਰਾਹ ਵਿੱਚ ਦੋਹਾਂ ਸੰਗਤਾਂ ਦੇ ਮੇਲ ਹੋ ਗਏ। ਦੋਵੇਂ ਸ਼ਬਦ ਗਾਉਂਦੀਆਂ ਆਨੰਦਪੁਰ ਸਾਹਿਬ ਪੁੱਜ ਗਈਆਂ। ਉਸ ਸਮੇਂ ਗੁਰੂ ਸਾਹਿਬ ਦਰਬਾਰ ਵਿੱਚ ਬਿਰਾਜਮਾਨ ਸਨ। ਜਦ ਉਹਨਾਂ ਨੇ ਬਾਹਰ ਜੈਕਾਰਿਆਂ ਅਤੇ ਸ਼ਬਦ ਗਾਇਨ ਦੀ ਆਵਾਜ਼ ਸੁਣੀ ਤਾਂ ਆਪ ਉੱਠ ਕੇ ਦਰਵਾਜ਼ੇ ਵੱਲ ਆਏ। ਬਾਲਾ ਪ੍ਰੀਤਮ ਜੀ ਪਾਲਕੀ ਵਿੱਚੋਂ ਨਿਕਲ ਕੇ ਦੌੜ ਕੇ ਆਪਣੇ ਪਿਤਾ ਜੀ ਦੀ ਚਰਨੀ ਲੱਗ ਗਏ। ਚਰਨ ਬੋਸੀ ਕੀਤੀ। ਗੁਰਦੇਵ ਪਿਤਾ ਜੀ ਨੇ ਆਪਣੇ ਪੁੱਤਰ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ।